ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪਾਠ ਪੁਸਤਕ ਵੰਨਗੀ ਦੀ ਇਕਾਂਗੀ ਕਰਾਂਗੇ ਦੂਜਾ ਵਿਆਹ। ਦੂਜਾ ਵਿਆਹ ਇਕਾਂਗੀ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਹੋਈ ਹੈ। ਇਹ ਇਕਾਂਗੀ ਪੜ੍ਹਨ ਤੋਂ ਪਹਿਲਾਂ ਆਪਾਂ ਇਹਨਾਂ ਦੇ ਲੇਖਕ ਬਾਰੇ ਜਾਣ ਲਈਏ ਕਿ ਸੰਤ ਸਿੰਘ ਸੇਖੋਂ ਕਿਸ ਤਰ੍ਹਾਂ ਦੇ ਲੇਖਕ ਸਨ। ਸੰਤ ਸਿੰਘ ਸੇਖੋਂ ਦਾ ਜਨਮ ਚੱਕ ਨੰਬਰ 70 ਝੰਗ ਬ੍ਰਾਂਚ ਜ਼ਿਲ੍ਹਾ ਲਾਇਲਪੁਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਮਾਤਾ ਪ੍ਰੇਮ ਕੌਰ ਅਤੇ ਪਿਤਾ ਸ਼੍ਰੀ ਹੁਕਮ ਸਿੰਘ ਦੇ ਘਰ 31 ਮਈ 1908 ਈਸਵੀ ਵਿੱਚ ਹੋਇਆ। ਉਹਨਾਂ ਨੇ MA ਇੰਗਲਿਸ਼ ਔਰ ਇਕਨੋਮਿਕਸ ਵਿੱਚ ਕੀਤੀ ਹੋਈ ਸੀ। ਉਹਨਾਂ ਦਾ ਦਾਦਕਾ ਪਿੰਡ ਮਤਲਬ ਦਾਦੇ ਜਿੱਥੇ ਰਹਿੰਦੇ ਸਨ ਉਹਨਾਂ ਦੇ ਦਾਦੇ ਪੜਦਾਦੇ ਦਾਖਾ ਜ਼ਿਲ੍ਹਾ ਲੁਧਿਆਣਾ ਹੈ। ਕਾਲਜ ਵਿੱਚ ਉਹਨਾਂ ਨੇ ਪ੍ਰੋਫੈਸਰ ਦੀ ਨੌਕਰੀ ਕੀਤੀ ਅਤੇ ਉਹ ਪ੍ਰਿੰਸੀਪਲ ਵੀ ਉਹਨਾਂ ਨੇ ਸਰਵਿਸ ਕੀਤੀ। ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਵਾਟ, ਤੀਜਾ ਪਹਿਰ ਆਦਿ ਹਨ ਅਤੇ ਉਹਨਾਂ ਦੇ ਪ੍ਰਮੁੱਖ ਨਾਟਕ ਕਲਾਕਾਰ, ਨਾਰਕੀ, ਮੋਇਆ ਸਾਰਨਾ ਕੋਈ, ਮਿੱਤਰ ਪਿਆਰਾ ਆਦਿ ਹਨ। ਉਹਨਾਂ ਨੇ ਲਗਭਗ 10 ਇਕਾਂਗੀ ਸੰਗ੍ਰਹਿ ਜਿਹੜੇ ਹਨ 6 ਘਰ, ਤਪਿਆ ਕਿਉਂ ਖਪਿਆ, ਨਾਟ ਸੁਨੇਹੇ ਆਦਿ ਲਿਖੀ। ਉਹਨਾਂ ਦਾ ਪ੍ਰਸਿੱਧ ਨਾਵਲ ਜੋ ਹੈ ਲਹੂ ਮਿੱਟੀ ਹੈ। ਉਹਨਾਂ ਨੇ ਅੰਗਰੇਜ਼ੀ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ। ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਵਾਦੀ ਪੱਖ ਅਪਣਾਇਆ ਹੈ ਅਤੇ ਸੇਖੋਂ ਨੇ ਬੌਧਿਕ ਚਿੰਤਨ ਪੱਖੋਂ ਨਵੇਂ ਦਿਸਦੇ ਕਾਇਮ ਕੀਤੇ ਹਨ। ਉਹਨਾਂ ਨੇ ਮਾਰਕਸਵਾਦੀ ਸੋਚ ਨੂੰ ਅਪਣਾਇਆ ਹੈ, ਜਿਸ ਕਾਰਨ ਤੁਹਾਡੀਆਂ ਰਚਨਾਵਾਂ ਵਿੱਚ ਮਤਲਬ ਸੰਤ ਸਿੰਘ ਸੇਖੋਂ ਦੀਆਂ ਰਚਨਾਵਾਂ ਵਿੱਚ ਇਤਿਹਾਸਿਕ, ਰਾਜਨੀਤਿਕ, ਸੱਭਿਆਚਾਰਕ ਦ੍ਰਿਸ਼ਟੀ ਦਿਖਾਈ ਦੇ ਰਹੀ ਹੈ। ਉਹਨਾਂ ਦੇ ਨਾਟਕ ਕਿਸੇ ਗੰਭੀਰ ਖਿਆਲ ਦੇ ਧੁਰੇ ਦੇ ਦੁਆਲੇ ਘੁੰਮਦੇ ਹਨ। ਬੇਟਾ ਹੁਣ ਆਪਾਂ ਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਮਾਰਕਸਵਾਦੀ ਦ੍ਰਿਸ਼ਟੀ ਕੀ ਸੀ। ਮਾਰਕਸਵਾਦੀ ਦ੍ਰਿਸ਼ਟੀਕੋਣ ਜਾਂ ਲਹਿਰ ਸੀ ਜਿਹਦੇ ਵਿੱਚ ਲੋਕ ਜਾਗਰੂਕ ਹੋਣਾ ਸ਼ੁਰੂ ਹੋ ਗਏ ਸੀ। ਭਾਰਤ ਦਾ ਆਮ ਹਰ ਛੋਟਾ ਮੋਟਾ ਕੰਮ, ਕਿਰਤੀ ਮਜ਼ਦੂਰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਗਿਆ ਸੀ ਅਤੇ ਨਾਲ ਨਾਲ ਔਰਤਾਂ ਵੀ ਜਾਗਰੂਕ ਹੋ ਗਈਆਂ ਸਨ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕਿਵੇਂ ਅਗਾਂਹ ਵਧਣਾ ਹੈ। ਆਪਣੇ ਜੋ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ, ਉਹਨਾਂ ਦੇ ਹੱਕ ਮਾਰੇ ਜਾ ਰਹੇ ਸਨ, ਦਬਾਇਆ ਜਾ ਰਿਹਾ ਸੀ, ਉਹਦੇ ਪ੍ਰਤੀ ਸੁਚੇਤ ਕਿਵੇਂ ਹੋਣਾ ਹੈ। ਤਾਂ ਉਹਨਾਂ ਦੇ ਨਾਟਕ ਖੇਡੇ ਘੱਟ ਜਾਂਦੇ ਹਨ, ਪੜ੍ਹੇ ਬਹੁਤੇ ਜਾਂਦੇ ਹਨ। ਮਿੱਤਰ ਪਿਆਰਾ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਨੇ ਆਪ ਦੀਆਂ ਸਾਹਿਤਕ ਸੇਵਾਵਾਂ ਕਾਰਨ ਆਪ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਅਲੰਕ੍ਰਿਤ ਕੀਤਾ ਗਿਆ। ਸੰਤ ਸਿੰਘ ਸੇਖੋਂ ਨਾਟਕਕਾਰ, ਕਹਾਣੀਕਾਰ ਅਤੇ ਆਲੋਚਕ ਸਨ। ਉਹਨਾਂ ਦੀ ਪੁਸਤਕ ਸਾਹਿਤਾਰਥ ਪੰਜਾਬੀ ਆਲੋਚਨਾ ਵਿੱਚ ਇੱਕ ਮੀਲ ਪੱਥਰ ਹੈ। 7 ਅਕਤੂਬਰ 1997 ਈਸਵੀ ਵਿੱਚ ਆਪ ਦਾ ਦੇਹਾਂਤ ਹੋ ਗਿਆ। ਇਸ ਪੁਸਤਕ ਵਿੱਚ ਉਹਨਾਂ ਦੀ ਇਕਾਂਗੀ ਦੂਜਾ ਵਿਆਹ ਸ਼ਾਮਿਲ ਕੀਤੀ ਗਈ ਹੈ। ਇਸ ਇਕਾਂਗੀ ਦੇ ਜੋ ਪਾਤਰ ਹਨ ਉਹ ਹਨ ਨਿਹਾਲ ਕੌਰ। ਨਿਹਾਲ ਕੌਰ ਜੋ ਹੈ ਸੁਖਦੇਵ ਦੀ ਮਾਂ ਹੈ ਅਤੇ ਦੂਸਰਾ ਪਾਤਰ ਹੈ ਮਨਜੀਤ ਜੋ ਸੁਖਦੇਵ ਦੀ ਵਹੁਟੀ ਹੈ, ਜਾਂ ਆਪਾਂ ਕਹਿ ਲਈਏ ਕਿ ਇਸ ਕਹਾਣੀ ਦੀ ਮੁੱਖ ਪਾਤਰ ਹੈ। ਉਹ ਨਿਹਾਲ ਕੌਰ ਦੀ ਨੂੰਹ ਹੈ, ਹਸਮੁਖ ਸੁਭਾਅ ਵਾਲੀ ਹੈ, ਕਿਸੇ 'ਤੇ ਗੁੱਸਾ ਨਹੀਂ ਕਰਦੀ। ਉਹ ਸੱਸ ਸਹੁਰੇ ਦਾ ਸਤਿਕਾਰ ਕਰਦੀ ਹੈ ਅਤੇ ਔਰਤ ਦੇ ਹੱਕਾਂ ਦੀ ਗੱਲ ਕਰਨ ਵਾਲੀ ਹੈ ਅਤੇ ਹਰ ਗੱਲ ਦਾ ਉਹ ਜਵਾਬ ਦਲੀਲ ਨਾਲ ਦਿੰਦੀ ਹੈ, ਤਰਕ ਨਾਲ ਦਿੰਦੀ ਹੈ। ਅਤੇ ਅਗਲਾ ਪਾਤਰ ਹੈ ਸੁਖਦੇਵ ਜੋ ਹੈ ਉਹ ਨਿਹਾਲ ਕੌਰ ਦਾ ਪਤੀ ਹੈ।
ਸੁਖਦੇਵ ਦੀ ਇੱਕ ਹੋਰ ਭੈਣ ਹੈ ਜਿਸ ਦਾ ਨਾਂ ਸੁਖਦੇਵ ਕੌਰ ਹੈ। ਸੁਖਦੇਵ ਜੋ ਹੈ ਪੜ੍ਹਿਆ ਲਿਖਿਆ ਅਤੇ ਆਧੁਨਿਕ ਸੋਚ ਵਾਲਾ ਇਨਸਾਨ ਹੈ, ਨੌਕਰੀ ਕਰਦਾ ਹੈ, ਹਸਮੁਖ ਹੈ ਅਤੇ ਹਾਜ਼ਰ ਜਵਾਬ ਹੈ ਅਤੇ ਔਰਤ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਹੈ। ਇੱਕ ਹੋਰ ਪਾਤਰ ਹੈ ਜੋ ਸੁਖਦੇਵ ਕੌਰ ਦਾ ਪਤੀ ਹੈ, ਭਾਵ ਉਹਨਾਂ ਦਾ ਜਵਾਈ ਹੈ, ਅਤੇ ਇਸ ਦੇ ਨਾਲ ਨਾਲ ਗੁਰਦਿੱਤ ਸਿੰਘ ਹੈ ਜੋ ਮਨਜੀਤ ਕੌਰ ਦਾ ਸਹੁਰਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਨਿਹਾਲ ਕੌਰ ਦਾ ਪਤੀ ਹੈ ਅਤੇ ਸੁਖਦੇਵ ਦਾ ਪਿਓ ਹੈ। ਇਹ ਪਾਤਰ ਹਨ ਇਸ ਕਹਾਣੀ ਵਿੱਚ, ਇਸ ਇਕਾਂਗੀ ਵਿੱਚ। ਆਓ ਆਪਾਂ ਇਹ ਇਕਾਂਗੀ ਪੜ੍ਹੀਏ। ਇਕਾਂਗੀ ਇੱਥੋਂ ਸ਼ੁਰੂ ਹੁੰਦੀ ਹੈ। ਮਨਜੀਤ ਚੁੱਲ੍ਹੇ ਚੌਕੇ ਵਿੱਚ ਦੁਪਹਿਰ ਦੀ ਰੋਟੀ ਦਾ ਆਹਰ ਪਾਹਰ ਕਰ ਰਹੀ ਹੈ। ਆਹਰ ਪਾਹਰ ਮਤਲਬ ਕੰਮ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਹੈ। ਇੱਕ ਥਾਂ ਤੋਂ ਦੂਜੀ ਥਾਂ, ਤੀਜੀ ਥਾਂ ਘੁੰਮਦੀ ਹੈ ਅਤੇ ਥੋੜ੍ਹੀ ਦੂਰੀ 'ਤੇ ਇੱਕ ਨੁੱਕਰ ਵਿੱਚ ਚਰਖਾ ਰੱਖ ਕੇ ਜੋ ਹੈ ਨਿਹਾਲ ਕੌਰ ਕੱਤ ਰਹੀ ਹੈ। ਨਿਹਾਲ ਕੌਰ ਉਹਦੀ ਸੱਸ। ਨਿਹਾਲ ਕੌਰ ਕਹਿੰਦੀ ਹੈ, ਰੋਜ਼ ਕੁਰਲਾਉਂਦੀ ਸ਼ੋਰ ਮਚਾਉਂਦੀ ਹਾਂ ਬਈ ਰੋਟੀ ਟੁੱਕ ਵੇਲੇ ਸਿਰ ਕਰ ਲਿਆ ਕਰ। ਰੋਟੀ ਟੁੱਕ ਮਤਲਬ ਰੋਟੀ ਪਾਣੀ, ਵੇਲੇ ਸਿਰ ਸਮੇਂ ਸਿਰ ਕਰ ਲਿਆ ਕਰ। ਪਰ ਇਸ ਬਹੂ ਦੇ ਦੀਦੇ ਨਹੀਂ ਵੱਢਦੀ। ਪਰ ਜੋ ਇਹ ਜਿਹੜੀ ਬਹੂ ਹੈ ਨਾ, ਮੇਰੀ ਨੂੰਹ ਹੈ, ਇਸ ਨੂੰ ਸਮਝ ਨਹੀਂ ਆਉਂਦਾ ਦੀਦੇ ਵੜਨਾ, ਸਮਝ ਆਉਣਾ ਮਤਲਬ ਅੱਖਾਂ ਤੋਂ ਇਹਨੂੰ ਦਿਸਦਾ ਨਹੀਂ। ਇਹ ਦੀਦੇ ਅੱਖਾਂ ਨੂੰ ਕਹਿੰਦੇ ਹੈ, ਇਹਨੂੰ ਇਹ ਦਿਖਦਾ ਨਹੀਂ। ਦੇਖ ਤਾਂ ਸਹੀ ਕਿੱਡੀ ਧੁੱਪ ਚੜ੍ਹ ਆਈ ਆ, ਇਹ ਅਜੇ ਸਬਜ਼ੀ ਚੀਰਦੀ ਫਿਰਦੀ ਆ। ਮਨਜੀਤ, ਕੋਈ ਨਹੀਂ ਮਾਂ ਜੀ, ਐਡਾ ਕੁਵੇਲਾ ਨਹੀਂ ਹੋਇਆ। ਕੁਵੇਲਾ ਦੇਰ ਨਹੀਂ ਹੋਈ, ਵੇਲਾ ਹੀ ਆ, ਹਜੇ ਟਾਈਮ ਹੈ। 10 ਹੀ ਵਜੇ ਨੇ, ਅਜੇ ਮੈਂ 11 ਵਜੇ ਨੂੰ ਰੋਟੀ ਟੁੱਕ ਐਨ ਬਿਲਕੁਲ ਤਿਆਰ ਕਰ ਦਿਓ। ਬਾਪੂ ਜੀ ਤਾਂ 12 ਵਜੇ ਤੋਂ ਪਹਿਲਾਂ ਰੋਟੀ ਨਹੀਂ ਖਾਂਦੇ। ਬਾਪੂ ਜੀ ਤਾਂ 12 ਵਜੇ ਤੋਂ ਪਹਿਲਾਂ ਖਾਣਾ ਖਾਂਦੇ ਹੀ ਨਹੀਂ। ਨਿਹਾਲ ਕੌਰ ਵਜੇ ਦੇਖ ਦੇਖ ਕੇ ਪੈਰ ਧਰਦੀ ਹੈ। ਵਜੇ ਮਤਲਬ ਟਾਈਮ ਦੇਖ ਦੇਖ ਕੇ ਪੈਰ ਰੱਖਦੀ ਹੈ। 10 ਨਹੀਂ ਵਜੇ ਹਾਲੇ। ਧੁੱਪ ਤਾਂ ਦੇਖ ਕਿੱਥੇ ਚਲੀ ਗਈ ਆ, ਧੁੱਪ ਦੇਖ ਕਿੱਥੇ ਆ ਗਈ। ਰੁੱਤ ਬਦਲ ਰਹੀ। ਮਨਜੀਤ, ਰੁੱਤ ਬਦਲ ਰਹੀ ਹੈ ਮਾਂ ਜੀ, ਸੂਰਜ ਹੁਣ ਛੇਤੀ ਚੜ੍ਹ ਜਾਂਦਾ। ਸੂਰਜ ਹੁਣ ਛੇਤੀ ਹੀ ਆ ਜਾਂਦਾ ਹੈ। ਨਿਹਾਲ ਕੌਰ, ਘੜੀ ਦੇ ਗਿਆ ਵਜੇ ਦੇਖਣ ਨੂੰ। ਵਜੇ ਸਮਾਂ ਦੇਖਣ ਨੂੰ। ਪਤਾ ਨਹੀਂ ਕੀ ਸਿਰ ਪਾ ਲਿਆ ਮੁੰਡੇ ਦੇ, ਪਤਾ ਨਹੀਂ ਕਿ ਇਸ ਬਹੂ ਨੇ ਮੁੰਡੇ ਨੂੰ ਕਿਵੇਂ ਵਸ਼ ਵਿੱਚ ਕੀਤਾ। ਸਿਰ ਪਾ ਲਿਆ ਮਤਲਬ ਕੀ ਪਾਇਆ ਇਹਦੇ ਸਿਰ 'ਚ। ਕਦੇ ਘੜੀ ਘੁੜੀ ਨਾ ਦੇਖੀ ਅਤੇ ਨਾ ਸਾਨੂੰ ਇਹ ਦੇਖਣੀ ਆਉਂਦੀ ਹੈ। ਅਸੀਂ ਤਾਂ ਕਦੇ ਘੜੀ ਨਹੀਂ ਦੇਖੀ ਸੀ। ਧੁੱਪ ਦੇ ਹਿਸਾਬ ਸਾਰੇ ਕੰਮ ਵੇਲੇ ਸਿਰ ਕਰ ਲਈਦੇ ਸੀ। ਧੁੱਪ ਦੇਖ ਕੇ ਸਾਰੇ ਕੰਮ ਕਰਦੇ ਸੀ ਧੁੱਪ ਦੇ ਹਿਸਾਬ ਨਾਲ। ਧੁੱਪ ਕਿੱਥੇ ਪਹੁੰਚ ਗਈ, ਕਿੰਨੇ ਵੱਜ ਗਏ, ਅਸੀਂ ਤਾਂ ਇਸ ਤਰ੍ਹਾਂ ਸਮੇਂ ਦਾ ਅੰਦਾਜ਼ਾ ਲਾਉਂਦੇ ਸੀ। ਇਹ ਹੁਣ ਘੜੀ ਦੀਆਂ ਸ਼ੌਕੀਨਾਂ ਮਤਲਬ ਸ਼ੌਂਕ ਪਾਲਣ ਵਾਲੇ, ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ। ਮਨਜੀਤ ਹੱਸ ਕੇ, ਤੁਸੀਂ ਵੀ ਤਾਂ ਘੜੀ ਦੇਖਣੀ ਸਿੱਖ ਲਓ ਮਾਂ ਜੀ, ਤੁਸੀਂ ਵੀ ਘੜੀ ਦੇਖਣੀ ਸਿੱਖ ਲਓ। ਨਿਹਾਲ ਕੌਰ, ਹਾਂ ਹੁਣ ਸਿਖਾਵੇਂਗੀ ਮੈਨੂੰ ਘੜੀ ਦੇਖਣ, ਹੋਰ ਵੀ ਬਹੁਤ ਕੁਝ ਸਿਖਾਵੇਂਗੀ। ਮਨਜੀਤ ਗੱਲ ਨੂੰ ਹਾਸੇ ਵਿੱਚ ਪਾਉਣ ਲਈ। ਜੋ ਮਨਜੀਤ ਹੈ ਉਹ ਹੱਸੀ ਮਜ਼ਾਕ ਕਰਨ ਵਾਲੀ ਹੈ ਅਤੇ ਹਰ ਗੱਲ ਨੂੰ ਲਾਈਟਲੀ ਲੈਂਦੀ ਹੈ, ਇਸ ਕਰਕੇ ਸੱਸ ਦੀ ਗੱਲ ਦਾ ਗੁੱਸਾ ਨਹੀਂ ਕਰਦੀ। ਹੋਰ ਹੁਣ ਤੁਹਾਨੂੰ ਕੀ ਸਿੱਖਣ ਦੀ ਲੋੜ ਆ ਮਾਂ ਜੀ, ਸੁੱਖ ਨਾਲ ਸਾਰਾ ਟੱਬਰ ਤੁਹਾਡੇ ਅਨੁਸਾਰ ਚੱਲਦਾ। ਇੱਕ ਮੈਂ ਹੀ ਹਾਂ ਜਿਹੜਾ ਮੱਤ ਦੀ ਹੌਲੀ ਹਾਂ, ਮੱਤ ਅਕਲ ਦੀ। ਸਾਰਾ ਪਰਿਵਾਰ ਤਾਂ ਤੁਹਾਡੇ ਅਕੋਰਡਿੰਗ ਹੀ ਚੱਲਦਾ ਹੈ, ਇੱਕ ਮੈਨੂੰ ਥੋੜ੍ਹੀ ਜਿਹੀ ਅਕਲ ਘੱਟ ਹੈ। ਨਿਹਾਲ ਕੌਰ, ਅਨੁਸਾਰ ਚੱਲਦਾ ਟੱਬਰ। ਤੈਨੂੰ ਬੁਰਾ ਲੱਗਦਾ ਏ ਮੁੰਡਾ ਮੇਰੇ ਕਹਿਣੇ ਵਿੱਚ ਕਿਉਂ ਆ? ਸਿਖਾ ਲਈ, ਹੁਣ ਆ ਜਾਊਗਾ ਤਾਂ। ਤੈਨੂੰ ਇਹ ਗੱਲ ਮਾੜੀ ਲੱਗਦੀ ਹੈ ਕਿ ਮੇਰਾ ਪੁੱਤਰ ਮੇਰੇ ਅਕੋਰਡਿੰਗ ਚੱਲਦਾ ਹੈ, ਜੇ ਹੁਣ ਆਏਗਾ ਤਾਂ ਉਹਨੂੰ ਸਮਝਾ ਲਈ। ਮਨਜੀਤ, ਮੈਂ ਕੀ ਸਿਖਾਉਣਾ ਮਾਂ ਜੀ, ਮੈਨੂੰ ਕੋਈ ਦੁੱਖ ਆ ਤੁਹਾਡੇ ਰਾਜ ਵਿੱਚ, ਅਤੇ ਫਿਰ ਮੈਂ ਕੌਣ ਆ ਸਿਖਾਉਣ ਵਾਲੀ। ਉਹਨਾਂ ਇੰਨੇ ਪੜ੍ਹੇ ਲਿਖਿਆਂ ਨੂੰ, ਉਹਨਾਂ ਤੋਂ ਤਾਂ ਦੁਨੀਆ ਸਿੱਖਦੀ ਹੈ। ਨਿਹਾਲ ਕੌਰ,
ਢਿੱਲ ਤਾਂ ਬਥੇਰਾ ਲਾਉਣੀ ਹੈ। ਢਿੱਲ ਜ਼ੋਰ ਤਾਂ ਬਥੇਰਾ ਲਾਉਣੀ ਹੈ। ਮੇਰਾ ਪੁੱਤ ਨਹੀਂ ਸਿੱਟਦਾ ਮੇਰੀ ਗੱਲ, ਮਤਲਬ ਮੇਰਾ ਪੁੱਤ ਮੇਰੀ ਗੱਲ ਨਹੀਂ ਟਾਲਦਾ। ਤੇਰੇ ਵੱਲੋਂ ਤਾਂ ਕੋਈ ਕਸਰ ਨਹੀਂ। ਮਨਜੀਤ, ਕਿਉਂ? ਮੈਂ ਕੀ ਕਰਦੀ ਹਾਂ ਮਾਂ ਜੀ? ਮੈਂ ਕੋਈ ਤੁਹਾਡੀ ਗੱਲ ਸਿੱਟਦੀ ਹਾਂ ਬਈ ਉਹਨਾਂ ਨੂੰ ਸਿੱਟਣ ਲਈ ਆਖਾਂ? ਮੈਂ ਕੋਈ ਤੁਹਾਡੀ ਗੱਲ ਟਾਲਦੀ ਹਾਂ ਜੋ ਉਹਨਾਂ ਨੂੰ ਟਾਲਣ ਲਈ ਕਹਾਂ? ਮਨਜੀਤ, ਕਿਉਂ? ਮੈਂ ਕੀ ਕਰਦੀ ਹਾਂ ਮਾਂ ਜੀ? ਮੈਂ ਵੀ ਤਾਂ ਤੁਹਾਡੇ ਅਕੋਰਡਿੰਗ ਹੀ ਚੱਲਦੀ ਹਾਂ। ਨਿਹਾਲ ਕੌਰ ਆਖ ਲਈ, ਆ ਜਾਊਗਾ ਪਰਸੋਂ। 3-4 ਦਿਨਾਂ ਦੀ ਬਥੇਰੇ ਅਛਨੇ ਪਛਨੇ ਕਰਦੀ ਫਿਰਦੀ ਹੈ। 3-4 ਦਿਨਾਂ ਦੀ ਬਹੁਤ ਤੂੰ ਮਤਲਬ ਇੱਧਰ ਉੱਧਰ ਭੱਜੀ ਫਿਰਦੀ ਆ। ਸੋਹਣੀ ਬਣ ਕੇ ਦਿਖਾਏਂਗੀ ਉਹਨੂੰ। ਮਨਜੀਤ, ਮਾਂ ਜੀ ਆਹ ਭਲਾ ਕੀ ਗੱਲ ਕੀਤੀ ਤੁਸਾਂ? ਉਹਨਾਂ ਨੂੰ ਨਾ ਸੋਹਣੀ ਬਣ ਕੇ ਦਿਖਾਵਾਂ ਤਾਂ ਹੋਰ ਕਿਹਨੂੰ ਦਿਖਾਵਾਂ? ਨਿਹਾਲ ਕੌਰ, ਚੰਗਾ ਜਵਾਬ ਨਹੀਂ ਤੂੰ ਖੁੰਝਦੀ। ਖੁੰਝਣਾ ਮੌਕਾ ਗਵਾਉਣਾ, ਜਵਾਬ ਦੇਣ ਦਾ ਮੌਕਾ ਨਹੀਂ ਤੂੰ ਛੱਡਦੀ। ਜਵਾਬ ਹਰੇਕ ਗੱਲ ਦਾ ਤੁਰਤ ਜਾਣਦੀ ਹੈ। ਹਰ ਗੱਲ ਦਾ ਜਵਾਬ ਤੇਰੇ ਕੋਲ ਤਿਆਰ ਹੈ। ਗੋਭੀ ਦੇਖ ਕਿੱਡੀ ਕਿੱਡੀ ਕੱਟੀ ਆ। ਡੰਗਰਾਂ ਨੇ ਖਾਣੀ ਆ ਇਹ? ਡੰਗਰ ਪਸ਼ੂਆਂ ਨੇ ਖਾਣੀ ਆ ਇਹ? ਕਿੰਨੇ ਵੱਡੇ ਵੱਡੇ ਫੁੱਲ ਕੱਟੇ ਹਨ ਗੋਭੀ ਦੇ। ਮਨਜੀਤ, ਨਹੀਂ ਮਾਂ ਜੀ, ਬਾਪੂ ਜੀ ਬਹੁਤੀ ਛੋਟੀ ਕੱਟੀ ਹੋਈ ਪਸੰਦ ਨਹੀਂ ਕਰਦੇ। ਨਿਹਾਲ ਕੌਰ, ਬਾਪੂ ਜੀ ਆਹ ਕਹਿੰਦਾ, ਬਾਪੂ ਜੀ ਉਹ ਕਹਿੰਦਾ। ਬਾਪੂ ਜੀ ਕਹੇ ਹੁਣ ਸਿਆਣਾ ਆਦਮੀ, ਕੀ ਕਹੇ ਸਿਆਣਾ ਆਦਮੀ? ਵੱਡੀ ਕੱਟ ਦਿੰਨੀ ਆ ਤਾਂ ਉਹ ਵੱਡੀ ਵੱਡੀ ਖਾ ਲੈਂਦਾ ਹੈ। ਸਾਡੇ ਸਮੇਂ ਤਾਂ ਬਾਪੂ ਜੀ ਬਥੇਰਾ ਚੜ੍ਹਦੇ ਤੋਂ ਚੜ੍ਹਦਾ ਸੀ। ਸਾਡੇ ਸਮੇਂ ਤਾਂ ਤੇਰੇ ਬਾਪੂ ਜੀ ਬਹੁਤ ਨਖਰੇ ਕਰਦਾ ਸੀ। ਸਾਡੇ ਕੋਲ ਤਾਂ ਕਿਤੇ ਸਬਜ਼ੀ ਭਾਜੀ ਵਿੱਚ ਕੋਈ ਨੁਕਸ ਰਹਿ ਜਾਂਦਾ ਸੀ ਤਾਂ ਥਾਲ ਮੱਥੇ ਵਿੱਚ ਮਾਰਦਾ ਸੀ। ਅੱਜ ਕੱਲ੍ਹ ਦੀਆਂ ਨੂੰਹਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਹਨ। ਮਨਜੀਤ, ਮੈਂ ਕਾਹਨੂੰ ਕਿਸੇ ਨੂੰ ਡਰਾਉਣਾ ਮਾਂ ਜੀ? ਮੈਂ ਤਾਂ ਤੁਹਾਡੀ ਸਭ ਦੀ ਸੇਵਕ ਹਾਂ। ਮੈਂ ਤਾਂ ਤੁਹਾਡੀ ਸੇਵਾਦਾਰ ਹਾਂ। ਨਿਹਾਲ ਕੌਰ, ਤਾਂ ਹੀ ਤਾਂ ਸਭ ਕੰਮ ਫੁਰਤੀ ਨਾਲ ਕਰ ਦਿੰਦੀ ਹਾਂ। ਵੱਡੀ ਸੇਵਕ, ਹੁਣ ਬਹੁਤੀ ਅੱਗ ਬਾਲ ਕੇ ਕਰ ਲਵੇਂਗੀ ਸਬਜ਼ੀ ਤਿਆਰ ਤੇ ਉਹ ਭਲਾ ਮਾਨਸ ਵੀ ਖਾ ਜਾਊ। ਅੱਧ ਰਿੱਝੀ ਅੱਧੀ ਪੱਕੀ ਹੋਈ। ਮਨਜੀਤ, ਨਹੀਂ ਮਾਂ ਜੀ, ਬਾਪੂ ਜੀ ਭਾਜੀ ਬਹੁਤ ਰਿੱਝੀ ਪਸੰਦ ਨਹੀਂ ਕਰਦੇ। ਖੜਵੀਂ ਖਾ ਕੇ ਖੁਸ਼ ਹਨ। ਸਬਜ਼ੀ ਨੂੰ ਨਾ ਉਹ ਬਹੁਤ ਜ਼ਿਆਦਾ ਗਲੀ ਹੋਈ ਨਹੀਂ ਖਾਂਦੇ। ਉਹ ਥੋੜ੍ਹੀ ਜਿਹੀ ਖੜੀ ਖੜੀ ਸਬਜ਼ੀ ਖਾਂਦੇ ਹਨ। ਨਿਹਾਲ ਕੌਰ, ਚੰਗਾ ਹੋਰ ਮੱਤਾਂ ਨਾ ਦੇ ਮੈਨੂੰ। ਮੱਤਾਂ ਰਾਏ ਸਿੱਖਿਆ। ਆਪਣੇ ਗਲੋਟਿਆਂ ਵੱਲ ਦੇਖ ਕੇ, ਮੈਂ 3 ਗਲੋਟੇ ਲਾ ਲਏ ਨੇ ਸਵੇਰ ਦੇ, ਚੌਥਾ ਭਰਿਆ ਹੋਇਆ ਹੈ। ਇਹਦੇ ਕੋਲੋਂ ਹਜੇ ਹਾਰ ਸ਼ਿੰਗਾਰ ਮਸਾਂ ਪੂਰਾ ਹੋਇਆ ਹੈ। ਗਲੋਟੇ ਹੁੰਦੇ ਸੂਤ ਜਦੋਂ ਕੱਤਦੇ ਆ ਨਾ ਤਾਂ ਉਹਦੇ ਛੋਟੇ ਛੋਟੇ ਗੋਲੇ ਬਣਾਏ ਜਾਂਦੇ ਆ, ਉਹਨੂੰ ਕਹਿੰਦੇ ਆ ਗਲੋਟਾ। ਸੂਤ ਦਾ ਪਿੰਨਾ ਜੋ ਇੱਕ ਐਗ ਦੀ ਸ਼ੇਪ ਵਿੱਚ ਹੁੰਦਾ ਹੈ। ਮਨਜੀਤ, ਮਾਂ ਜੀ ਮੈਂ ਜ਼ਰਾ ਪੜ੍ਹਨ ਬੈਠ ਜਾਂਦੀ ਹਾਂ। ਨਹਾਉਣ ਧੋਣ 'ਤੇ ਤਾਂ ਮੈਂ 15 ਮਿੰਟ ਵੀ ਨਹੀਂ ਲਾਏ। ਨਿਹਾਲ ਕੌਰ, ਪੜ੍ਹਨ ਬੈਠ ਗਈ ਸੀ। ਇਹ ਵੀ ਕੰਮ ਸੀ ਮੇਰਾ। ਪੜ੍ਹਾ ਦਿੱਤੀ ਆ ਮਾਂ ਨੇ 4 ਅੱਖਰ ਤੇ ਦਿਖਾਉਂਦੀ ਆ ਸਭ ਨੂੰ ਵਿਦਵਾਨ ਬਣ ਕੇ। ਇੱਕ ਗੁਆਂਢਣ ਮਿਲ ਗਈ ਆ, ਉਹੀ ਜਿਹੀ ਇਹਨੂੰ। ਮਨਜੀਤ ਚੁੱਲ੍ਹੇ 'ਤੇ ਸਬਜ਼ੀ ਰੱਖਦੀ ਹੋਈ ਖੜੀ ਹੋ ਕੇ, ਰੱਬ ਦਾ ਵਾਸਤਾ ਮਾਂ ਜੀ, ਗੁਆਂਢਣ ਵਿਚਾਰੀ ਨੂੰ ਕੁਝ ਨਾ ਕਹੋ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਕਿ ਗੁਆਂਢਣ ਨੂੰ ਕੁਛ ਨਾ ਕਹੋ। ਨਿਹਾਲ ਕੌਰ, ਕਿਉਂ ਨਾ ਕਹਾਂ? ਉਹ ਤਾਂ ਤੈਨੂੰ ਪੁੱਠੀਆਂ ਮੱਤਾਂ ਦਿੰਦੀ ਹੈ। ਪੁੱਠੀਆਂ ਮੱਤਾਂ, ਗਲਤ ਸਲਾਹਾਂ, ਉਲਟੀ ਰਾਏ ਦਿੰਦੀ ਹੈ। ਮਨਜੀਤ ਕੁਝ ਖਿੱਚ ਕੇ, ਕੀ ਪੁੱਠੀਆਂ ਮੱਤਾਂ ਦਿੱਤੀਆਂ ਮੈਨੂੰ? ਨਿਹਾਲ ਕੌਰ, ਬਣਾ ਲਈ ਆ ਸਭਾ ਮਾਂ ਵਾਲੀ, ਜੱਗ ਜਿੱਤ ਲਓ ਗੀਆਂ ਇਹ ਸਭਾਵਾਂ ਬਣਾ ਕੇ। ਰਾਤ ਬੈਠੀ ਰਹੀ ਆ ਅੱਧੀ ਰਾਤ ਤੱਕ ਉਹਦੇ ਕੋਲ। ਹੋਰ ਮਿਲ ਗਈ ਨੇ ਬਥੇਰੀਆਂ ਉਹਦੀ ਚੌਕੀ ਭਰਨ ਨੂੰ। ਅਖੇ ਮੀਟਨ ਹੁੰਦੀ ਆ ਸਾਡੀ। ਇਹ ਜਿਹੜੀ ਤੁਸੀਂ ਸਭਾ ਬਣਾਈ ਹੈ ਨਾ, ਇਸਤਰੀ ਸਭਾ ਬਣਾਈ ਹੈ, ਇਹਦੇ ਵਿੱਚ ਰਾਏ ਕਰਦੀਆਂ ਰਹਿੰਦੀ ਹੋ, ਰਾਤ ਤੱਕ ਬੈਠੀਆਂ ਰਹਿੰਦੀ ਹੋ। ਮੀਟਨ ਮਤਲਬ ਮੀਟਿੰਗਾਂ ਕਰਦੀਆਂ ਰਹਿੰਦੀ ਹੋ। ਅਖੇ ਸਾਡੀ ਮੀਟਿੰਗ ਹੈ ਤੇ ਇੱਕ ਦੂਜੇ ਦੀ ਗੱਲ ਵਿੱਚ ਹਾਂ ਮਿਲਾਉਂਦੀਆਂ ਹਨ, ਰਾਏ ਕਰਦੀਆਂ ਹੋ ਤੁਸੀਂ। ਮਨਜੀਤ, ਅੱਧੀ ਰਾਤ ਕਿਹੜੀ ਮਾਂ ਜੀ? 15 ਮਿੰਟ ਲਈ ਗਈ ਸੀ, ਉਹ ਵੀ ਤੁਹਾਡੇ ਤੋਂ ਪੁੱਛ ਕੇ।
ਨਿਹਾਲ ਕੌਰ, ਹਾਂ ਮੈਥੋਂ ਪੁੱਛ ਕੇ, ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਆ ਤੂੰ। ਕਹਿ ਗਈ ਹੋਵੇਂਗੀ ਜਾਂਦੀ ਜਾਂਦੀ, ਮੈਨੂੰ ਪੁੱਛਿਆ ਸੀ। ਸਭਾ ਦੀ ਮੈਂਬਰ ਬਣਨ ਲੱਗੀ ਨੇ, ਜਦੋਂ ਤੂੰ ਇਸਤਰੀ ਸਭਾ ਦੀ ਮੈਂਬਰ ਬਣੀ ਸੀ ਉਦੋਂ ਪੁੱਛਿਆ ਸੀ ਮੈਨੂੰ? ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵੱਸ ਵਿੱਚ ਕਰਨ ਦਾ, ਖਸਮ ਪਤੀਆਂ ਨੂੰ ਕੰਟਰੋਲ ਕਰਨ ਦਾ। ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ। ਕੀ ਤੂੰ ਇਸ ਤਰ੍ਹਾਂ ਮੇਰੇ ਮੁੰਡੇ ਦੇ ਯੋਗ ਬਣ ਜਾਏਂਗੀ ਇਸਤਰੀ ਸਭਾ ਦੀ ਮੈਂਬਰ ਬਣ ਕੇ? ਮਨਜੀਤ, ਲਾਇਕ ਨੂੰ ਮੇਰੇ ਵਿੱਚ ਕੀ ਨੁਕਸ ਆ ਮਾਂ ਜੀ? ਮੈਂ ਅੰਨੀ ਹਾਂ, ਕਾਣੀ ਹਾਂ, ਗੂੰਗੀ ਹਾਂ, ਬੋਲੀ ਹਾਂ, ਮਤਲਬ ਮੇਰੇ ਵਿੱਚ ਕੀ ਕਮੀ ਹੈ? ਮੈਨੂੰ ਦਿਖਦਾ ਨਹੀਂ, ਜਾਂ ਮੈਨੂੰ ਇੱਕ ਅੱਖ ਤੋਂ ਦਿਖਦਾ ਹੈ, ਜਾਂ ਮੈਂ ਬੋਲ ਨਹੀਂ ਸਕਦੀ, ਜਾਂ ਮੈਨੂੰ ਸੁਣਦਾ ਨਹੀਂ। ਨਿਹਾਲ ਕੌਰ, ਗੂੰਗੀ ਤੈਨੂੰ ਕੌਣ ਬਣਾਉਂਦਾ? ਬਥੇਰੀ ਚੱਲਦੀ ਆ ਲੁਤਰ ਲੁਤਰ ਜ਼ਬਾਨ। ਤੇਰੀ ਜਿਹੜੀ ਇਹ ਜ਼ਬਾਨ ਹੈ ਨਾ, ਕੈਂਚੀ ਵਾਂਗੂ ਬਹੁਤ ਤੇਜ਼ ਚੱਲਦੀ ਹੈ। ਬਣਾ ਲੈ ਜਿਹੜੀਆਂ ਸਭਾਵਾਂ ਬਣਾਉਣੀਆਂ ਨੇ, ਕਰ ਲੈ ਮਨਸੂਬੇ ਯੋਜਨਾ ਗੁਆਂਢਣ ਨਾਲ। ਮੇਰੇ ਮੁੰਡੇ ਦੇ ਲਾਇਕ ਨਹੀਂ ਬਣਨ ਲੱਗੀ ਤੂੰ, ਮੇਰੇ ਮੁੰਡੇ ਦੇ ਯੋਗ ਨਹੀਂ ਬਣਨ ਲੱਗੀ ਤੂੰ। ਮਨਜੀਤ, ਮੁੰਡਾ ਤਾਂ ਬਥੇਰਾ ਚੰਗਾ ਹੈ ਮਾਂ ਜੀ, ਤੇਰੇ ਹੀ ਲਾਇਕ ਨਹੀਂ ਮੈਂ। ਮੁੰਡੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਤੁਹਾਡੇ ਲਾਇਕ ਨਹੀਂ ਆ ਮੈਂ, ਤੁਹਾਡੇ ਯੋਗ ਨਹੀਂ ਹਾਂ। ਨਿਹਾਲ ਕੌਰ, ਚੱਲ ਐਵੇਂ ਸਹੀ, ਮੈਂ ਕਹਿੰਦੀ ਸਹੀ ਮੁੰਡੇ ਨੂੰ ਵਿਆਹ ਕਰਾਉਣ ਨੂੰ ਦੂਜਾ। ਮੇਰਾ ਕੀ ਵੱਗ ਨਾ ਛਿੜਨ ਦੇਵੇਂਗੀ ਤੂੰ? ਮੈਂ ਹੀ ਕਹਿ ਦਿੰਦੀ ਹਾਂ ਕਿ ਤੇਰਾ ਉਹ ਮੈਂ ਮੁੰਡੇ ਦਾ ਦੂਜਾ ਵਿਆਹ ਕਰਵਾ ਦਿੰਦੀ ਹਾਂ, ਤੂੰ ਮੇਰਾ ਕੀ ਕੰਮ ਰੋਕ ਲਏਂਗੀ? ਜੇ ਤੈਨੂੰ ਐਂ ਲੱਗਦਾ ਹੈ ਤਾਂ ਐਂ ਸਮਝ ਲਓ ਬੇਟਾ, ਜਿਹੜੀ ਇਹ ਇਕਾਂਗੀ ਹੈ ਨਾ ਦੂਜਾ ਵਿਆਹ, ਇਹ ਇਸ ਸਮੱਸਿਆ 'ਤੇ ਹੀ ਆਧਾਰਿਤ ਹੈ ਕਿ ਦੂਜਾ ਵਿਆਹ ਜੋ ਹੈ ਸਾਡੇ ਸਮਾਜ ਦੀ ਇੱਕ ਮੁੱਖ ਸਮੱਸਿਆ ਸੀ ਉਸ ਵੇਲੇ ਦੀ। ਅਤੇ ਜਦੋਂ ਕੋਈ ਨੂੰਹ 'ਚ ਕੋਈ ਕਮੀ ਹੁੰਦੀ ਸੀ, ਜਾਂ ਕੋਈ ਬੱਚਾ ਨਹੀਂ ਹੁੰਦਾ, ਜਾਂ ਕੋਈ ਉਹ ਸੋਹਣੀ ਨਹੀਂ ਹੁੰਦੀ, ਤਾਂ ਉਸ ਸਮੇਂ ਆਸਾਨੀ ਨਾਲ ਮੁੰਡੇ ਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ ਸੀ। ਇਹ ਵੀ ਇਸਤਰੀਆਂ ਲਈ ਇੱਕ ਬਹੁਤ ਦੁੱਖ ਭਰੀ ਘਟਨਾ ਸੀ। ਤਾਂ ਇਕਾਂਗੀਕਾਰ ਨੇ ਇਸੇ ਵਿਸ਼ੇ ਨੂੰ ਆਪਣੀ ਇਕਾਂਗੀ ਦਾ ਵਿਸ਼ਾ ਬਣਾਇਆ ਹੈ ਕਿ ਦੂਜਾ ਵਿਆਹ ਕਿਸ ਤਰ੍ਹਾਂ ਇੱਕ ਅਭਿਸ਼ਾਪ ਸਾਬਿਤ ਹੁੰਦਾ ਇਸਤਰੀ ਲਈ। ਮਨਜੀਤ, ਗੱਲ ਤਾਂ ਹਾਂ ਹੀ ਹੈ, ਇਸੇ ਗੱਲੋਂ ਤਾਂ ਮੇਰੀ ਸਬਜ਼ੀ ਵਿੱਚ ਨੁਕਸ ਫੜੀਂਦੇ ਨੇ। ਚਲੋ ਮਾਂ ਜੀ, ਵਿਆਹ ਦੇਣਾ ਤੁਸੀਂ ਮੁੰਡੇ ਨੂੰ ਦੂਜੇ ਥਾਂ, ਐਵੇਂ ਰੋਜ਼ ਦਾ ਕਲੇਸ਼ ਕਾਹਨੂੰ ਕਰਦੇ ਹੋ? ਮੈਂ ਵੀ ਸਭਾ ਦਾ ਕੰਮ ਕਰਨ ਨੂੰ ਵਿਹਲੀ ਹੋ ਜਾਊਂ, ਤੁਸੀਂ ਰੋਜ਼ ਦੀ ਰੋਜ਼ ਕਲੇਸ਼ ਕਿਉਂ ਕਰਦੇ ਹੋ? ਠੀਕ ਹੈ, ਤੁਸੀਂ ਮੁੰਡੇ ਦਾ ਦੂਜਾ ਵਿਆਹ ਕਰ ਲਓ ਅਤੇ ਮੈਂ ਵੀ ਸਭਾ ਦਾ ਕੰਮ ਕਰਨ ਲਈ ਫਰੀ ਹੋ ਜਾਊਂਗੀ, ਵਿਹਲੀ ਹੋ ਜਾਊਂਗੀ। ਨਿਹਾਲ ਕੌਰ, ਵਿਹਲੀ ਤਾਂ ਤੂੰ ਹੋਣਾ ਚਾਹੁੰਦੀ ਹੈ, ਗੁਆਂਢਣ ਵਾਂਗੂ, ਪੜੋਸਣ ਵਾਂਗੂ। ਉਹਦਾ ਤਾਂ ਲੁਕਿਆ ਫਿਰਦਾ ਹੈ, ਦਰ ਬਦਰ ਧੱਕੇ ਖਾਂਦਾ, ਅਖੇ ਜੀ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਸਾਨੂੰ ਸਰਕਾਰ ਕਰਨ ਨਹੀਂ ਦਿੰਦੀ। ਉਹਦਾ ਪਤੀ ਤਾਂ ਇੱਧਰ ਉੱਧਰ ਲੁਕਦਾ ਫਿਰਦਾ ਹੈ, ਕਹਿੰਦੇ ਕਿ ਦੁਨੀਆ ਦੀ ਸੇਵਾ ਕਰਦਾ ਹੈ। ਮਨਜੀਤ, ਆਹੋ, ਉਸ ਵਿਚਾਰੇ ਨੇ ਕੀ ਵਿਗਾੜਿਆ ਕਿਸੇ ਦਾ? ਲੋਕਾਂ ਦੇ ਭਲੇ ਦੀ ਗੱਲ ਹੀ ਕਰਦਾ ਸੀ ਕੋਈ। ਨਿਹਾਲ ਕੌਰ, ਇਸੇ ਗੱਲੋਂ ਤਾਂ ਮੈਂ ਡਰਦੀ ਹਾਂ, ਮੇਰੇ ਮੁੰਡੇ ਨੂੰ ਵੀ ਕਿਤੇ ਆਪਣੇ ਵਰਗਾ ਨਾ ਬਣਾ ਲਈ, ਹੋਰ ਉਹਦੀ ਨੌਕਰੀ ਤੁੜਾਉਂਦੀ ਹੋਵੇਂ, ਉਹਦੀ ਨੌਕਰੀ ਛੁਡਾ ਦੇਵੇਂ। ਮਨਜੀਤ, ਤਾਂ ਹੀ ਤੁਸੀਂ ਦੂਜੀ ਨੂੰਹ ਲਿਆਉਣ ਨੂੰ ਤਾਂਘਦੇ ਹੋ, ਇੱਛਾ ਕਰਦੇ ਹੋ, ਉਤਾਵਲੇ ਹੋ। ਕਿਸੇ ਥਾਣੇਦਾਰ ਦੀ ਧੀ ਲੈ ਆਓ ਮਾਂ ਜੀ, ਜਿਹੜੀ ਨੌਕਰੀ ਨਾ ਟੁੱਟਣ ਦੇਵੇ। ਨਿਹਾਲ ਕੌਰ, ਥਾਣੇਦਾਰ ਦੀਆਂ ਧੀਆਂ ਦਾ ਘਾਟਾ ਨਹੀਂ ਮੇਰੇ ਮੁੰਡੇ ਨੂੰ ਥਾਣੇਦਾਰ ਦੀ ਧੀ ਵੀ ਮਿਲ ਜਾਊਗੀ। ਮਨਜੀਤ, ਮੈਂ ਹੀ ਆਪਣੇ ਪਿਤਾ ਜੀ ਨੂੰ ਕਹਾ ਭੇਜਦੀ ਹਾਂ, ਥਾਣੇਦਾਰੀ ਵਿੱਚ ਦਰਖਾਸਤ ਦੇ ਦਿਓ, ਤੁਸੀਂ ਉਹਨਾਂ ਨੂੰ ਥਾਣੇਦਾਰ ਬਣਵਾ ਦਿਓ। ਮੈਂ ਹੀ ਮਜ਼ਾਕ ਕਰਦੀ ਹੈ ਸੱਸ ਨਾਲ ਕਿ ਮੈਂ ਹੀ ਮੇਰੇ ਪਿਤਾ ਨੂੰ ਕਹਿੰਦੀ ਹਾਂ ਕਿ ਤੁਸੀਂ ਥਾਣੇਦਾਰ ਲਈ ਐਪਲੀਕੇਸ਼ਨ ਦੇ ਦਿਓ, ਥਾਣੇਦਾਰ ਬਣ ਜਾਓ। ਨਿਹਾਲ ਕੌਰ, ਮਖੌਲ ਕਰਨ ਬਥੇਰਾ ਜਾਣਦੀ ਹੈ ਤੂੰ, ਮਖੌਲ ਮਜ਼ਾਕ ਕਰਨਾ ਬਥੇਰਾ ਜਾਣਦੀ ਹੈ। ਮਨਜੀਤ, ਧੁੱਪ ਆ ਗਈ ਮਾਂ ਜੀ, ਤੁਹਾਡੇ ਚਰਖੇ ਨੂੰ ਲਿਆਓ, ਮੈਂ ਤੁਹਾਡਾ ਚਰਖਾ ਛਾਵੇਂ ਕਰ ਦਿੰਦੀ ਹਾਂ। ਚਰਖਾ ਚੁੱਕ ਕੇ ਛਾਵੇਂ ਕਰਦੀ ਹੈ, ਪੀੜੀ ਚੁੱਕ ਕੇ ਦੂਜੀ ਥਾਂ ਨਵੇਂ ਥਾਂ ਜਾ ਬੈਠਦੀ ਹੈ। ਮਨਜੀਤ, ਗਲੋਟੇ ਪੂਨੀਆਂ ਦਾ ਬੋਈਆ ਇੱਕ ਬਾਉਲ ਚੁੱਕ ਕੇ ਨਿਹਾਲ ਕੌਰ ਲਿਆ ਰੱਖਦੀ ਹੈ ਅਤੇ ਫਿਰ ਅੰਦਰ ਨੂੰ ਚਲੀ ਜਾਂਦੀ ਹੈ। ਨਿਹਾਲ, ਆ ਕੀ ਭਾਂਬੜ ਬਾਲ ਗਈ ਹੈ, ਮੱਠੀ ਕਰ ਅੱਗ। ਇਹ ਕੀ ਤੂੰ ਅੱਗ ਇੰਨੀ ਤੇਜ਼ ਬਾਲ ਦਿੱਤੀ? ਮੱਠੀ ਕਰ, ਹੌਲੀ ਕਰ, ਧੁਆਂਕ ਜਾਊਗੀ ਸਬਜ਼ੀ ਵਿੱਚ ਸਾਰਾ ਧੂੰਆਂ ਪੈ ਜਾਊਗਾ। ਮਨਜੀਤ ਅੰਦਰੋਂ ਹੀ, ਆਈ ਮਾਂ ਜੀ,
ਆਟਾ ਛਾਣ ਲਿਆਵਾਂ। ਨਿਹਾਲ ਬਾਹਰ ਆ ਕੇ ਛਾਣ ਲੈਂਦੀ ਆਟਾ। ਛਾਨਣੀ ਚੱਕਣੀ ਭਾਰੀ ਹੋ ਗਈ ਹੈ ਤੈਨੂੰ। ਉੱਠਦੀ ਹੈ, ਆਪ ਹੀ ਅੱਗ ਮੱਠੀ ਕਰ ਦਿੰਦੀ ਹੈ, ਆਪ ਅੱਗ ਹੌਲੀ ਕਰ ਦਿੰਦੀ ਹੈ। ਮਨਜੀਤ ਥਾਲੀ ਵਿੱਚ ਆਟਾ ਬਾਹਰ ਲਿਆ ਕੇ ਨਿਹਾਲ ਕੌਰ ਨੂੰ, ਜੋ ਹੁਣ ਮੁੜ ਚਰਖੇ ਉੱਤੇ ਆ ਬੈਠਦੀ ਹੈ, ਦਿਖਾਉਂਦੀ ਹੋਈ, ਬਥੇਰਾ ਮਾਂ ਜੀ ਆਟਾ। ਨਿਹਾਲ ਨਹੀਂ, ਇੰਨਾ ਆਟਾ ਕਿਹੜੀ ਦਖਲ ਦੇਹ ਲਾਉਣੀ ਹੈ? ਆਪਣੇ ਕਿਹੜੇ ਕਿਸੇ ਨੇ ਪ੍ਰਾਹੁਣਿਆਂ ਨੇ ਆਉਣਾ ਹੈ? ਮਨਜੀਤ ਹੱਸਦੀ ਹੋਈ, ਕਾਂ ਕੁਰਲਾਉਂਦਾ ਮਾਂ ਜੀ। ਮਨੇਰੇ ਉੱਤੇ ਕਾਂ ਬੋਲਦਾ ਹੈ। ਪੰਜਾਬੀ ਵਿੱਚ ਇੱਕ ਇਹ ਮਿੱਥ ਹੈ ਕਿ ਜੇ ਬੰਨੇ ਉੱਤੇ ਕਾਂ ਬੋਲੇ ਤਾਂ ਕੋਈ ਗੈਸਟ ਆਉਂਦੇ ਹਨ। ਮਾਂ ਜੀ ਸਵੇਰ ਦਾ ਖਬਰ ਹੈ ਕੋਈ ਪ੍ਰਾਹੁਣਾ ਹੀ ਆ ਜਾਵੇ, ਸ਼ਾਇਦ ਕੋਈ ਗੈਸਟ ਆ ਜਾਵੇ। ਨਿਹਾਲ ਕੌਰ ਮੇਰੇ ਪੁੱਤ ਨੇ ਤਾਂ ਅਜੇ ਪਰਸੋਂ ਨੂੰ ਆਉਣਾ, ਹੋਰ ਕਿਹੜਾ ਪ੍ਰਾਹੁਣਾ ਆਉਣ ਵਾਲਾ ਹੈ? ਮਨਜੀਤ ਖਬਰਾਂ ਮੇਰਾ ਵੀਰ ਆ ਜਾਵੇ, ਸ਼ਾਇਦ ਮੇਰਾ ਭਰਾ ਆ ਜਾਏ। ਨਿਹਾਲ ਕੌਰ ਤੇਰੇ ਵੀਰ ਨੇ ਕੀ ਕਰਨ ਆਉਣਾ? ਮਨਜੀਤ ਮਖੌਲ ਨਾਲ, ਭੈਣ ਨੂੰ ਮਿਲਣ ਲਈ, ਨਾਲੇ ਭਣਵਈਏ ਦੀ ਖਾਤਰਦਾਰੀ ਲਈ। 2 ਦਿਨ ਪਹਿਲਾਂ ਹੀ ਹਾਜ਼ਰ ਹੋਣਾ ਯੋਗ ਆ। ਨਿਹਾਲ ਕੌਰ ਐਡਾ ਤਾਬਿਆਦਾਰ ਭਣੋਈਏ ਦਾ ਛੋਣਿਓਂ ਜਾ ਕੇ ਲੈ ਆਵੇ। ਜੇ ਇੰਨੀ ਹੀ ਰਿਸਪੈਕਟ ਕਰਨ ਵਾਲਾ ਹੈ ਆਪਣੇ ਜੀਜੇ ਦੀ, ਤਾਬਿਆਦਾਰ ਸੇਵਾ 'ਚ ਹਾਜ਼ਰ ਹੋਣ ਵਾਲਾ ਤਾਂ ਛਾਉਣੀ ਤੋਂ ਜਾ ਕੇ, ਛਾਵਨੀ ਕੈਂਟ ਤੋਂ ਜਾ ਕੇ ਲੈ ਆਵੇ। ਮਨਜੀਤ ਲੁਧਿਆਣਿਓਂ ਤਾਂ ਜਾ ਹੀ ਮਿਲ ਆਉਂਦੀਆਂ ਨੂੰ, ਮੈਂ ਵੀ ਚਲੀ ਜਾਵਾਂ ਨਾਲ ਲੁਧਿਆਣੇ ਤੁਹਾਡੇ ਪੁੱਤ ਨੂੰ ਮਿਲਣ। ਮੂਹਰਿਓਂ ਲੁਧਿਆਣੇ ਜਾ ਕੇ ਮਿਲ ਆਉਂਦੇ ਹਾਂ। ਇੱਥੇ ਲੁਧਿਆਣਾ ਸ਼ਹਿਰ ਜਿਹੜਾ ਹੈ, ਅੱਗੋਂ ਜਾ ਕੇ ਲੈ ਆਉਂਦੇ ਹਾਂ, ਮੈਂ ਵੀ ਨਾਲ ਚਲੀ ਜਾਂਦੀ ਹਾਂ। ਨਿਹਾਲ ਕੌਰ ਆਹੋ, ਲੁਧਿਆਣੇ ਜਾ ਕੇ ਮੂਹਰਿਓਂ ਮਿਲੋਗੇ ਤਾਂ ਕੁਛ ਸਿਖਾਓਗੇ, ਤਾਂ ਉਹਨੂੰ ਕੁਛ ਕੰਨ ਭਰ ਦੋਗੇ, ਉਹਨੇ ਉਲਟੀ ਮੱਤ ਦੇ ਦੋਗੇ ਉਹਨੂੰ। ਮਨਜੀਤ ਮਖੌਲ ਨਾਲ ਘਰ ਆਇਆਂ ਨੂੰ ਤਾਂ ਤੁਸੀਂ ਸਿਖਾਉਣ ਨਹੀਂ ਦੇਣਾ, ਘਰੇ ਆਇਆਂ ਨਾਲ ਤਾਂ ਤੁਸੀਂ ਗੱਲ ਨਹੀਂ ਕਰਨ ਦਿੰਦੇ। ਮਨਜੀਤ ਮਖੌਲ ਨਾਲ ਕਹਿੰਦੀ ਹੈ। ਨਿਹਾਲ ਕੌਰ ਗੁਆਂਢਣ ਨੂੰ ਵੀ ਲੈ ਜਾਈ ਨਾਲ, ਪੜੋਸਣ ਨੂੰ ਵੀ ਲੈ ਜਾਈ। ਮਨਜੀਤ ਗੁਆਂਢਣ ਨਾਲ ਤੁਹਾਨੂੰ ਕਾਹਦੀ ਜਿੱਦ ਹੋ ਗਈ ਮਾਂ ਜੀ? ਉਸ ਵਿਚਾਰੇ ਨੇ ਤਾਂ ਤੁਹਾਡਾ ਕੀ ਵਿਗਾੜਿਆ? ਨਿਹਾਲ ਕੌਰ ਮੇਰਾ ਕੀ ਵਿਗਾੜ ਸਕਦੀ ਆ? ਵਿਗਾੜੇ ਆਪਣੇ ਘਰਦਿਆਂ ਦਾ, ਜਾਂ ਵਿਗਾੜੂ ਤੇਰੇ ਵਰਗੀਆਂ ਮਗਰ ਲੱਗਣ ਵਾਲੀਆਂ ਦਾ, ਜਾਂ ਉਹ ਵਿਗਾੜੂ ਜੋ ਤੇਰੇ ਵਰਗੀਆਂ ਉਹਦੇ ਪਿੱਛੇ ਲੱਗਦੀਆਂ ਹਨ। ਮਨਜੀਤ ਚੰਗਾ ਮਾਂ ਜੀ, ਜਿਵੇਂ ਤੁਹਾਡੀ ਮਰਜ਼ੀ। ਚੌਕੇ ਵਿੱਚ ਜਾ ਕੇ ਆਟਾ ਗੁੰਨਣ ਲੱਗ ਜਾਂਦੀ ਹੈ। ਨਿਹਾਲ ਕੌਰ ਨੀ ਕੱਢ ਦਿੰਦੀ ਕੁਝ ਆਟਾ। ਮਨਜੀਤ ਮਾਂ ਜੀ, ਇੱਕ ਜਣੇ ਜੋਗਾ ਵਾਧੂ ਹੀ ਚੰਗਾ ਹੁੰਦਾ ਈ। ਨਿਹਾਲ ਕੌਰ ਆਉਣਾ ਹੋਊ ਕਿਸੇ ਨੇ ਤੇਰੇ ਪੇਕਿਆਂ ਤੋਂ, ਦੱਸਦੀ ਨਹੀਂ ਤੂੰ, ਬੜੀ ਮਿੰਨੀ ਆ, ਮਤਲਬ ਬੜੀ ਮਿਸਕਮੀਨੀ। ਹਾਂ, ਕਿਸੇ ਨੇ ਆਉਣਾ ਹੋਊਗਾ ਤੇਰੇ ਪੇਕੇ ਤੋਂ। ਨਿਹਾਲ ਕੌਰ ਤੂੰ ਜਾਣਬੁੱਝ ਕੇ ਨਹੀਂ ਦੱਸਦੀ। ਮਨਜੀਤ ਆਹੋ ਮਾਂ ਜੀ, ਸੁਖਰਾਜ ਨੇ ਆਉਣਾ। ਹਾਂ ਮਾਂ ਜੀ, ਕੀ ਆਉਣਾ ਹੈ ਸੁਖਰਾਜ ਨੇ? ਨਿਹਾਲ ਕੌਰ ਨਹੀਂ, ਉਹ ਕੌਣ ਆ? ਤੇਰੇ ਭਰਾ ਦਾ ਨਾਂ ਤਾਂ ਕੁਝ ਹੋਰ ਆ। ਮਨਜੀਤ ਮਾਂ ਜੀ, ਇਹ ਸਾਡੀ ਜ਼ਿਲ੍ਹੇ ਦੀ ਸਭਾ ਦਾ ਸਕੱਤਰ ਹੈ, ਸੈਕਟਰੀ ਹੈ ਸਾਡੇ ਜ਼ਿਲ੍ਹੇ ਦੀ। ਨਿਹਾਲ ਕੌਰ ਇਹ ਕਿੱਥੋਂ ਦੀ ਹੈ? ਇਹ ਕਿਹੜੀ ਜਗ੍ਹਾ ਦੀ ਰਹਿਣ ਵਾਲੀ ਹੈ? ਗੁਆਂਢਣ ਅਰਗੀ ਤਾਂ ਨਹੀਂ ਕੋਈ ਛੁੱਟੜ ਜਿਹਨੂੰ ਪਤੀ ਨੇ ਛੱਡ ਰੱਖਿਆ? ਮਨਜੀਤ ਮਾਂ ਜੀ, ਗੁਆਂਢਣ ਤੇ ਇੰਨੀ ਕਰੋਪੀ ਕਾਹਦੀ ਆਉਂਦੀ ਹੈ ਤੁਹਾਨੂੰ? ਆਵੇ ਨਾ ਤੇਰੇ ਅਰਗੀਆਂ ਨੂੰ ਵਿਗਾੜਦੀ ਆ, ਸਭਾ ਬਣਾਉਂਦੀਆਂ ਨੇ ਇਹ। ਕੀ ਕਰੋਗੀਆਂ ਤੁਸੀਂ ਸਭਾ ਨਾਲ? ਜ਼ਮੀਨਾਂ 'ਚੋਂ ਹਿੱਸੇ ਦਿਵਾਉਣਗੀਆਂ ਇਹ, ਆਪਣੇ ਪਿਓ ਦੀ ਜ਼ਮੀਨ 'ਚੋਂ ਲਿਆ ਕੇ ਪਹਿਲਾਂ ਤੂੰ ਹਿੱਸਾ। ਕਿ ਜਿਹੜੇ ਤੁਸੀਂ ਸਭਾ ਬਣਾ ਰਹੀ ਹੈ, ਇਸਤਰੀ ਸਭਾ ਬਣਾ ਰੱਖੀ ਹੈ, ਇਹਦੇ ਨਾਲ ਤੁਸੀਂ ਕੀ ਹਿੱਸੇ ਲਓਗੇ ਆਪਦੇ ਪਿਓ ਦੀ ਜ਼ਮੀਨ 'ਚੋਂ? ਜਾਂ ਤੂੰ ਪਹਿਲਾਂ ਆਪਣੇ ਪਿਓ ਦੀ ਜ਼ਮੀਨ 'ਚੋਂ ਹਿੱਸਾ ਵੰਡਾ। ਮਨਜੀਤ ਫੇਰ ਤਾਂ ਨਹੀਂ ਤੂੰ ਆਪਣੇ ਪੁੱਤ ਦਾ ਦੂਜਾ ਵਿਆਹ ਕਰਵਾਵੇਂਗੀ ਮਾਂ ਜੀ, ਫੇਰ ਤਾਂ ਤੁਸੀਂ ਆਪਣੇ ਪੁੱਤ ਦਾ ਦੂਜਾ ਵਿਆਹ ਨਹੀਂ ਕਰਵਾਓਗੇ। ਮਨਜੀਤ ਕਹਿੰਦੀ ਹੈ ਬੇਟਾ, ਅੱਜ ਦੀ ਕਲਾਸ ਵਿੱਚ ਆਪਾਂ ਇਕਾਂਗੀ ਇੱਥੋਂ ਤੱਕ ਹੀ ਪੜ੍ਹਾਂਗੇ, ਬਾਕੀ ਅਗਲੀ ਕਲਾਸ ਵਿੱਚ।